ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅੰਮ੍ਰਿਤਸਰ ਤੀਰਥ ਦਾ ਪੁਰਾਤਨ ਪ੍ਰਸੰਗ। ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਪਾਸ ਬਿਠਾਲ ਕੇ ਦੱਸਿਆ ਕਿ ਸਤਯੁਗ ਵਿੱਚ ਅਯੋਧਿਆ ਦੇ ਪਹਿਲੇ ਰਾਜਾ, ਜਿਸ ਦਾ ਨਾਮ ਇਖਵਾਕੂ ਸੀ, ਇਹ ਬਹੁਤ ਪਰਮੇਸ਼ਰ ਦੀ ਭਜਨ ਬੰਦਗੀ ਕਰਦਾ ਸੀ ਤੇ ਗਰੀਬਾਂ ਨੂੰ ਬਹੁਤ ਦਾਨ ਕਰਦਾ ਸੀ। ਇੱਕ ਵਾਰ ਰਾਜਾ ਇਖਵਾਕੂ ਨੇ ਇਸ ਅਸਥਾਨ ਤੇ, ਜਿੱਥੇ ਹੁਣ ਅੰਮ੍ਰਿਤਸਰ ਹੈ, ਬਹੁਤ ਭਾਰੀ ਯੱਗ ਕੀਤਾ ਸੀ। ਭਗਵਾਨ ਬ੍ਰਹਮਾ ਜੀ, ਭਗਵਾਨ ਵਿਸ਼ਨੂੰ ਜੀ, ਭਗਵਾਨ ਸ਼ਿਵ ਜੀ ਤੋਂ ਲੈ ਕੇ ਇੰਦਰ ਦੇਵਤਾ ਅਤੇ ਹੋਰ ਮੰਡਲਾਂ ਦੇ ਦੇਵੀ ਦੇਵਤੇ, ਰਿਸ਼ੀ ਮੁਨੀ, ਸੰਤ ਭਗਤ ਇਸ ਜੱਗ ਵਿੱਚ ਆਏ। ਰਾਜਾ ਸਾਹਿਬ ਜੀ ਨੇ ਬਹੁਤ ਸ਼ਰਧਾ, ਪ੍ਰੇਮ ਤੇ ਨਿਰਮਲਤਾ ਨਾਲ ਸੇਵਾ ਕੀਤੀ। ਜਦ ਜੱਗ ਸੰਪੂਰਨ ਹੋ ਗਿਆ ਤਾਂ ਰਾਜੇ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਸਾਰੇ ਦੇਵਤੇ ਬਹੁਤ ਪ੍ਰਸੰਨ ਹੋਏ ਅਤੇ ਭਗਵਾਨ ਵਿਸ਼ਨੂੰ ਜੀ ਨੇ ਰਾਜੇ ਨੂੰ ਵਰ ਮੰਗਣ ਵਾਸਤੇ ਕਿਹਾ। ਦੇਵਤਿਆਂ ਦੀ ਪ੍ਰਸੰਨਤਾ ਉੱਪਰ ਰਾਜਾ ਇਖਵਾਕੂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੱਥ ਜੋੜ ਕੇ ਨਿਰਮਤਾ ਸਹਿਤ ਬੇਨਤੀ ਕੀਤੀ ਕਿ ਮਹਾਰਾਜ ਜੀ, ਜੇ ਕਿਰਪਾਲੂ ਹੋਏ ਹੋ ਤਾਂ ਮੈਨੂੰ ਇਹ ਵਰ ਦਿਓ ਕਿ ਇਸ ਹਵਨ ਕੁੰਡ ਦੇ ਅਸਥਾਨ ਉੱਤੇ ਇੱਕ ਬਹੁਤ ਭਾਰੀ ਤੀਰਥ ਹੋਵੇ, ਜੋ ਸੰਸਾਰ ਦੇ ਜੀਵਾਂ ਦੇ ਪਾਪਾਂ ਦਾ ਨਾਸ਼ ਕਰਕੇ ਉਹਨਾਂ ਦੀ ਕਲਿਆਣ ਕਰਨ ਵਾਲਾ ਹੋਵੇ। ਤੁਹਾਡਾ ਵਾਸ ਸਦਾ ਹੀ ਇੱਥੇ ਹਵਨ ਕੁੰਡ ਦੇ ਚਾਰ ਚੁਫੇਰੇ, ਜਿਵੇਂ ਤੁਸੀਂ ਹੁਣ ਬੈਠੇ ਹੋ, ਇਸ ਤਰ੍ਹਾਂ ਹੀ ਰਹੇ। ਰਾਜੇ ਦੀ ਬੇਨਤੀ ਸੁਣ ਕੇ ਵਿਸ਼ਨੂੰ ਭਗਵਾਨ ਜੀ ਬਹੁਤ ਪ੍ਰਸੰਨ ਹੋਏ ਅਤੇ ਕਿਹਾ, ਹੇ ਰਾਜਨ, ਤੂੰ ਇਹ ਵਰ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ ਮੰਗਿਆ ਹੈ। ਅਸੀਂ ਤੇਰੇ ਉੱਤੇ ਬਹੁਤ ਪ੍ਰਸੰਨ ਹੈ। ਇੱਥੇ ਹੁਣ ਇੱਕ ਬਹੁਤ ਭਾਰੀ ਤੀਰਥ ਪ੍ਰਗਟ ਹੋ ਕੇ ਕੁਝ ਸਮੇਂ ਉਪਰੰਤ ਛਪਨ ਹੋ ਜਾਏਗਾ ਅਤੇ ਫਿਰ ਕਲਯੁਗ ਵਿੱਚ ਪ੍ਰਗਟ ਹੋਏਗਾ ਅਤੇ ਬੇਅੰਤ ਜੀਵਾਂ ਦੀ ਕਲਿਆਣ ਕਰੇਗਾ। ਮੇਰੀ ਜੋਤੀ ਸਦਾ ਹੀ ਇੱਥੇ ਰਹੇਗੀ। ਇਹ ਸੁੰਦਰ ਤੇ ਕਲਿਆਣਕਾਰੀ ਪ੍ਰਸੰਗ ਸੁਣ ਕੇ ਸੰਗਤ ਬਹੁਤ ਪ੍ਰਸੰਨ ਹੋਈ ਅਤੇ ਸੰਗਤ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਤੀਰਥ ਨੂੰ ਛੇਤੀ ਹੀ ਪ੍ਰਗਟ ਕਰੋ। ਸ੍ਰੀ ਗੁਰੂ ਅਮਰਦਾਸ ਜੀ ਭੱਲੇ ਨੇ ਸੰਗਤ ਨੂੰ ਕਿਹਾ ਕਿ ਇਹ ਮਹਾਨ ਤੀਰਥ ਛੇਤੀ ਹੀ ਜੇਠਾ ਜੀ ਪਾਸੋਂ ਪ੍ਰਗਟ ਹੋਏਗਾ। ਹੁਣ ਇਸ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ। ਸਮਾਂ ਪਾ ਕੇ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਗੁਰਗੱਦੀ ਦੇ ਯੋਗ ਸਮਝ ਕੇ ਸਭ ਸੰਗਤ ਦੇ ਸਾਹਮਣੇ 5 ਪੈਸੇ ਤੇ ਨਰੇਲ ਅੱਗੇ ਰੱਖ ਕੇ 3 ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਤੇ ਕਿਹਾ, ਅੱਜ ਤੋਂ ਇਹਨਾਂ ਦਾ ਅਸਲੀ ਨਾਮ ਸ੍ਰੀ ਗੁਰੂ ਰਾਮਦਾਸ ਜੀ ਅਖਵਾਉਣਗੇ। ਜੇਠਾ ਜੀ, ਇਹਨਾਂ ਦੀ ਆਲਸੀ ਅੱਜ ਤੋਂ ਸਮਾਪਤ ਹੈ। ਭਾਈ ਬੁੱਢਾ ਜੀ ਗੁਰੂ ਰਾਮਦਾਸ ਜੀ ਦੇ ਮਸਤਕ ਤੇ ਗੁਰਿਆਈ ਦਾ ਤਿਲ ਲਾ ਕੇ ਮੱਥਾ ਟੇਕਿਆ। ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਇਹਨਾਂ ਨੂੰ ਸਾਡਾ ਹੀ ਰੂਪ ਸਮਝਣਾ ਤੇ ਆਗਿਆ ਦਾ ਪਾਲਨ ਕਰਨਾ। ਇਹ ਕਾਰਜ ਕਰਕੇ ਗੁਰੂ ਅਮਰਦਾਸ ਜੀ ਭਾਦਰੋਂ ਸੁਦੀ 15 ਸੰਮਤ
1631 ਨੂੰ ਜੋਤੀ ਜੋਤ ਸਮਾ ਗਏ। ਗੁਰ ਇਤਿਹਾਸ ਵਿੱਚ ਲਿਖਿਆ ਹੈ ਕਿ ਪੱਟੀ ਨਗਰ ਦੇ ਮਾਫੀਦਾਰ ਦੁਨੀ ਚੰਦ ਖੱਤਰੀ ਦੀਆਂ 5 ਧੀਆਂ ਸਨ। ਰਜਨੀ ਸਭ ਤੋਂ ਛੋਟੀ ਭਜਨ ਬੰਦਗੀ ਕਰਨ ਵਾਲੀ ਸੀ। ਉਹ ਰੱਬ ਤੇ ਭਰੋਸਾ ਰੱਖਦੀ ਸੀ। ਉਹ ਕਹਿੰਦੀ ਸੀ ਸਭ ਕੁਛ ਖਾਣ ਪੀਣ ਨੂੰ ਰੱਬ ਹੀ ਦਿੰਦਾ ਹੈ। ਇੱਕ ਦਿਨ ਇਸ ਦੇ ਪਿਤਾ ਦੁਨੀ ਚੰਦ ਖੱਤਰੀ ਨੇ ਇਸ ਨੂੰ ਗੁੱਸੇ ਨਾਲ ਕਿਹਾ ਕਿ ਖਾਣ ਪੀਣ ਨੂੰ ਤੇ ਪਹਿਨਣ ਵਾਸਤੇ ਸਭ ਕੁਛ ਤੈਨੂੰ ਮੈਂ ਦਿੰਦਾ ਹਾਂ, ਰੱਬ ਤੈਨੂੰ ਕਿਸ ਤਰ੍ਹਾਂ ਦਿੰਦਾ ਹੈ? ਰਜਨੀ ਨੇ ਕਿਹਾ, ਪਿਤਾ ਜੀ, ਤੁਹਾਨੂੰ ਵੀ ਅਤੇ ਮੈਨੂੰ ਵੀ ਸਭ ਨੂੰ ਰੱਬ ਹੀ ਦਿੰਦਾ ਹੈ, ਹੋਰ ਕੋਈ ਕਿਸੇ ਨੂੰ ਦੇਣ ਵਾਲਾ ਨਹੀਂ ਹੈ। ਰਜਨੀ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਦੁਨੀ ਚੰਦ ਨੇ ਇੱਕ ਕੋਹੜੀ ਪਿੰਗਲਾ ਲੱਭ ਕੇ ਉਸ ਨਾਲ ਰਜਨੀ ਦੀ ਸ਼ਾਦੀ ਕਰ ਦਿੱਤੀ ਤੇ ਘਰੋਂ ਕੱਢ ਦਿੱਤਾ। ਰਜਨੀ ਨੇ ਪਿੰਗਲੇ ਕੋਹੜੀ ਪਤੀ ਨੂੰ ਪਰਮੇਸ਼ਰ ਰੂਪ ਜਾਣ ਕੇ ਟੋਕਰੇ ਵਿੱਚ ਪਾ ਕੇ ਸਿਰ ਤੇ ਚੱਕ ਲਿਆ ਤੇ ਪਿੰਡ ਪਿੰਡ ਮੰਗ ਕੇ ਆਪਣੀ ਅਤੇ ਪਤੀ ਦੀ ਗੁਜਰਾਨ ਕਰਨ ਲੱਗੀ। ਜਿੱਥੇ ਅੱਜ ਕੱਲ ਦੁੱਖ ਭੰਜਨੀ ਬੇਰੀ ਹੈ, ਇੱਥੇ ਇੱਕ ਟੋਏ ਵਿੱਚ ਨਿਰਮਲ ਜਲ ਅਤੇ ਆਸੇ ਪਾਸੇ ਬੇਰੀਆਂ ਦੇ ਬੂਟਿਆਂ ਦੀ ਠੰਡੀ ਛਾਂ ਵੇਖ ਕੇ ਰਜਨੀ ਨੇ ਆਪਣੇ ਕੋਹੜੀ ਪਿੰਗਲੇ ਪਤੀ ਦਾ ਟੋਕਰਾ ਉਸ ਜਲ ਦੇ ਪਾਸੇ ਰੱਖ ਕੇ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦ ਲੈਣ ਚਲੀ ਗਈ। ਕੋਹੜੀ ਪਿੰਗਲਾ ਆਪਣੇ ਟੋਕਰੇ ਵਿੱਚ ਬੈਠਾ ਭੁੱਖ ਨਾਲ ਗਿਣਤੀਆਂ ਗਿਣ ਰਿਹਾ ਸੀ। ਉਸਨੇ ਵੇਖਿਆ ਕਿ ਉਸ ਦੇ ਪਾਸ ਟੋਏ ਵਿੱਚ ਕਾਂ ਨਹਾ ਕੇ ਚਿੱਟੇ ਹੋ ਜਾਂਦੇ ਹਨ। ਕਾਵਾਂ ਦਾ ਟੋਏ ਦੇ ਪਾਣੀ ਵਿੱਚ ਨਹਾ ਕੇ ਚਿੱਟੇ ਹੋ ਜਾਣਾ ਵੇਖ ਕੇ ਪਿੰਗਲਾ ਬੜਾ ਹੈਰਾਨ ਹੋਇਆ ਤੇ ਸੋਚਣ ਲੱਗਾ ਕਿ ਇਸ ਜਲ ਵਿੱਚ ਜ਼ਰੂਰ ਸ਼ਕਤੀ ਹੈ, ਜਿਸ ਕਰਕੇ ਕਾਂ ਚਿੱਟੇ ਹੋ ਜਾਂਦੇ ਹਨ। ਇਸ ਵਾਸਤੇ ਉਹ ਹੀਆਂ ਕਰਕੇ ਟੋਕਰੇ ਵਿੱਚੋਂ ਨਿਕਲ ਕੇ ਰਿੜਦਾ ਰਿੜਦਾ ਪਾਣੀ ਪਾਸ ਚਲਿਆ ਗਿਆ ਅਤੇ ਉਸ ਦੇ ਕਿਨਾਰੇ ਦੇ ਪਾਣੀ ਵਿੱਚ ਲੇਟਣ ਲੱਗ ਪਿਆ। ਜਦ ਉਸਨੇ 3-4 ਵਾਰ ਇੱਧਰ ਉੱਧਰ ਪਲਸੇਟੇ ਮਾਰੇ ਤਾਂ ਉਸ ਨੂੰ ਆਪਣਾ ਕੋਹੜੀ ਤੇ ਪਿੰਗਲਾ ਸਰੀਰ ਅਰੋਗ ਹੁੰਦਾ ਜਾਪਣ ਲੱਗ ਪਿਆ। ਇਸ ਉਪਰੰਤ ਉਹ ਪਾਣੀ ਨੂੰ ਵਿਸ਼ੇਸ਼ ਸ਼ਕਤੀ ਵਾਲਾ ਜਾਣ ਕੇ ਪ੍ਰਭੂ ਦਾ ਸਿਮਰਨ ਕਰਦਾ ਹੋਇਆ ਚੰਗੀ ਤਰ੍ਹਾਂ ਹੱਥ ਪੈਰ ਮਾਰ ਕੇ ਨਹਾਤਾ ਅਤੇ ਕੰਚਨ ਵਰਗਾ ਅਰੋਗ ਹੋ ਕੇ ਪਾਸ ਹੀ ਬੈਠ ਗਿਆ। ਇਤਨੇ ਚਿਰ ਨੂੰ ਉਸਦੀ ਪਤੀਵਰਤਾ ਇਸਤਰੀ ਰੋਟੀਆਂ ਲੈ ਕੇ ਆ ਗਈ। ਜਦ ਉਸਨੇ ਵੇਖਿਆ ਕਿ ਉਸਦੇ ਕੋਹੜੀ ਪਿੰਗਲੇ ਦੀ ਥਾਂ ਕੋਈ ਹੋਰ ਸੁੰਦਰ ਪੁਰਸ਼ ਬੈਠਾ ਹੈ ਤਾਂ ਉਸਨੇ ਬਹੁਤ ਘਬਰਾ ਕੇ ਉਸ ਤੋਂ ਪੁੱਛਿਆ, ਤੂੰ ਕੌਣ ਹੈ ਤੇ ਮੇਰਾ ਪਤੀ ਕਿੱਥੇ ਹੈ? ਉਸਨੇ ਕਿਹਾ, ਮੈਂ ਹੀ ਤੇਰਾ ਕੋਹੜੀ ਪਿੰਗਲਾ ਪਤੀ ਹਾਂ, ਹੋਰ ਕੋਈ ਦੂਸਰਾ ਪੁਰਸ਼ ਨਹੀਂ ਹਾਂ। ਮੈਂ ਇਸ ਸ਼ਕਤੀਵਾਨ ਪਾਣੀ ਵਿੱਚ ਨਹਾ ਕੇ ਅਰੋਗ ਹੋਇਆ ਹਾਂ। ਫਿਰ ਉਸਨੇ ਕਾਵਾਂ ਦੀ ਚਿੱਟੇ ਹੋਣ ਦੀ ਸਾਰੀ ਗੱਲ ਸੁਣਾਈ, ਪਰ ਜਦ ਰਜਨੀ ਨੂੰ ਫੇਰ ਵੀ ਯਕੀਨ ਨਾ ਆਇਆ ਤਾਂ ਉਹ ਦੋਵੇਂ ਜਣੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਚਲੇ ਗਏ। ਜਦ ਦੋਹਾਂ ਨੇ ਆਪੋ ਆਪਣੀ ਗੱਲ ਸੁਣਾਈ ਤਾਂ ਗੁਰੂ ਜੀ ਨੇ ਪਿੰਗਲੇ ਦੀ ਗੱਲ ਸੁਣ ਕੇ ਕਿਹਾ, ਬੀਬੀ, ਇਹ ਤੇਰਾ ਪਤੀ ਹੈ। ਇਹ ਤੇਰੇ ਪ੍ਰਤੀਵਰਤਾ ਧਰਮ ਕਰਕੇ ਅਤੇ ਤੀਰਥ ਦੀ ਸ਼ਕਤੀ ਕਰਕੇ ਅਰੋਗ ਹੋਇਆ ਹੈ। ਤੂੰ ਸੰਸਾ ਨਾ ਕਰ। ਇਹ ਵਾਰਤਾ ਦਾ ਸਾਰੇ
ਦੇਸ਼ ਪਰਦੇਸ ਵਿੱਚ ਜਸ ਫੈਲ ਗਿਆ ਅਤੇ ਸੰਗਤਾਂ ਹੁਮ ਹੁਮਾ ਕੇ ਆਉਣ ਲੱਗ ਪਈਆਂ। ਸਤਿਗੁਰੂ ਰਾਮਦਾਸ ਜੀ ਦੀਵਾਨ ਵਿੱਚ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੰਦੇ। ਸੰਗਤਾਂ ਭੇਟਾ ਅਰਪਣ ਕਰਕੇ ਮੱਥਾ ਟੇਕਦੀਆਂ। ਸਤਿਗੁਰੂ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਤੇ ਨਾਮਦਾਨ ਦੀ ਬਖਸ਼ਿਸ਼ ਕਰਦੇ। ਰਜਨੀ ਤੇ ਉਸਦਾ ਪਤੀ ਦੋਵੇਂ ਉੱਥੇ ਹੀ ਹੋਰ ਸਿੱਖ ਸੰਗਤਾਂ ਨਾਲ ਮਿਲ ਕੇ ਸਤਿਗੁਰੂ ਜੀ ਦੇ ਦਰਬਾਰ ਦੀ ਸੇਵਾ ਵਿੱਚ ਲੱਗ ਗਏ। ਕੁਝ ਸਮੇਂ ਉਪਰੰਤ ਇਸ ਵਾਰਤਾ ਦਾ ਜਦ ਦੁਨੀ ਚੰਦ ਖੱਤਰੀ ਨੂੰ ਪਤਾ ਲੱਗਾ ਤਾਂ ਉਸਨੇ ਸਤੀ ਅਤੇ ਪਤੀ ਨੂੰ ਬੜੇ ਸਤਿਕਾਰ ਨਾਲ ਪੱਟੀ ਸੱਦ ਲਿਆ। ਦੁਨੀ ਚੰਦ ਦਾ ਲੜਕਾ ਕੋਈ ਨਹੀਂ ਸੀ। ਉਸਨੇ ਇਸ ਧੀ ਜਵਾਈ ਨੂੰ ਹੀ ਆਪਣੀ ਜਾਇਦਾਦ ਦਾ ਵਾਰਸ ਬਣਾ ਦਿੱਤਾ। ਬੜੇ ਆਨੰਦ ਨਾਲ ਰਾਜ ਭਾਗ ਕਰਦੇ ਹੋਏ ਤੇ ਗੁਰੂ ਘਰ ਦੀ ਸੇਵਾ ਕਰਦੇ ਤੇ ਪ੍ਰਭੂ ਦਾ ਸਿਮਰਨ ਕਰਦੇ ਰਹੇ। ਇਸ ਰਜਨੀ ਤੇ ਕੋੜੀ ਪਿੰਗਲੇ ਦੀ ਵਾਰਤਾ ਵੇਖੇ ਸਤਿਗੁਰੂ ਰਾਮਦਾਸ ਜੀ ਨੇ ਨਿਹਚਾ ਕਰ ਲਿਆ ਕਿ ਇਹ ਉਹ ਪਵਿੱਤਰ ਅਸਥਾਨ ਹੈ ਜਿਸ ਦੀ ਬਾਬਤ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਝਾਇਆ ਸੀ ਕਿ ਇੱਥੇ ਅੰਮ੍ਰਿਤ ਸਰੋਵਰ ਤੀਰਥ ਪ੍ਰਗਟ ਹੋਵੇਗਾ। ਇੱਕ ਦਿਨ ਸਤਿਗੁਰੂ ਰਾਮਦਾਸ ਜੀ ਨੇ ਦੀਵਾਨ ਵਿੱਚ ਬਚਨ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਉੱਤਮ ਫਲ ਤੀਰਥ ਸਰੋਵਰ ਲਗਾਉਣ ਦਾ ਹੈ। ਸਰੋਵਰ ਦੇ 4 ਸਵੇਰੇ ਪੱਕੀਆਂ ਪੌੜੀਆਂ ਤਿਆਰ ਕਰ ਦੇਣੀਆਂ ਹਨ, ਜਿਨ੍ਹਾਂ ਪੌੜੀਆਂ ਉੱਤੇ ਬੈਠ ਕੇ ਪੁਰਸ਼ ਇਸ਼ਨਾਨ ਕਰਦਾ ਹੈ ਤੇ ਪ੍ਰਭੂ ਦਾ ਸਿਮਰਨ ਕਰਦਾ ਹੈ, ਜਿਸ ਤੇ ਦਾਨ ਕਰਦਾ ਹੈ, ਜਿਸ ਨਾਲ ਪੁਰਸ਼ ਨੂੰ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ 5 ਹਾੜ ਸੰਮਤ 1634 ਨੂੰ ਇਸ ਸਰੋਵਰ ਦੀ ਉਟਾਈ ਦੀ ਸੇਵਾ ਬੜੇ ਜ਼ੋਰ ਸ਼ੋਰ ਨਾਲ ਆਰੰਭ ਕਰ ਦਿੱਤੀ। ਪੱਕੀਆਂ ਇੱਟਾਂ ਨਾਲ ਸਰੋਵਰ ਦੀਆਂ ਪੌੜੀਆਂ ਤਿਆਰ ਕਰ ਦਿੱਤੀਆਂ। ਇਸ ਸਰੋਵਰ ਦੀ ਮਹਿਮਾ ਪਰਥਾਏ, ਜਿਸ ਵਿੱਚ ਕਾਨ ਨਹਾ ਕੇ ਚਿੱਟੇ ਹੰਸਾਂ ਸਮਾਨ ਹੋ ਗਏ ਸਨ। ਸਤਿਗੁਰੂ ਜੀ ਨੇ ਪਾਵਨ ਵਾਕ ਉਚਾਰਨ ਕੀਤਾ, ਅੰਮ੍ਰਿਤਸਰ ਸਤਿਗੁਰ ਸਤਿਬਾਦੀ, ਜਿਤ ਨਾਤੇ ਕਉਆ ਹੰਸ ਹੋਏ। ਨਾਨਕ ਧੰਨ ਧੰਨ ਬਡ ਭਾਗੀ, ਜਿਨ ਗੁਰਮਤਿ ਨਾਮ ਹਿਰਦੇ ਮਲ ਤੋਹੇ। ਸਮਾਂ ਪਾ ਕੇ ਸਤਿਗੁਰੂ ਰਾਮਦਾਸ ਜੀ ਨੇ ਆਪਣੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਯੋਗ ਸਮਝ ਕੇ ਭਾਦਰੋਂ ਸੁਦੀ ਏਕਮ ਸੰਮਤ 1638 ਨੂੰ ਸਿੱਖ ਸੰਗਤਾਂ ਦੇ ਸਾਹਮਣੇ 5 ਪੈਸੇ ਅਤੇ ਨਰੇਲ ਅੱਗੇ ਰੱਖ ਕੇ 3 ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਤੇ ਭਾਈ ਬੁੱਢਾ ਜੀ ਨੇ ਆਪ ਜੀ ਦੇ ਮਸਤਕ ਤੇ ਗੁਰਿਆਈ ਦਾ ਤਿਲਕ ਲਾ ਕੇ ਮੱਥਾ ਟੇਕਿਆ। ਗੁਰੂ ਰਾਮਦਾਸ ਜੀ ਨੇ ਕਿਹਾ, ਅੱਜ ਤੋਂ ਗੁਰਗੱਦੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਗੁਰੂ ਰਾਮਦਾਸ ਜੀ ਨੇ ਬਚਨ ਕੀਤਾ, ਹੁਣ ਅਸੀਂ ਗੋਬਿੰਦਵਾਲ ਜਾ ਕੇ ਸਰੀਰ ਤਿਆਗਣਾ ਹੈ। ਸਾਰੀ ਸੰਗਤ ਗੋਬਿੰਦਵਾਲ ਪਹੁੰਚ ਗਈ। ਗੁਰੂ ਰਾਮਦਾਸ ਜੀ ਨੇ ਕਿਹਾ, ਸਾਡੇ ਪਿੱਛੋਂ ਤੁਸਾਂ ਸਭ ਨੇ ਗੁਰੂ ਅਰਜਨ ਦੇਵ ਜੀ ਨੂੰ ਸਾਡਾ ਰੂਪ ਸਮਝ ਕੇ ਆਗਿਆ ਦਾ ਪਾਲਨ ਕਰਨਾ। ਗੁਰੂ ਅਰਜਨ ਦੇਵ ਜੀ ਨੂੰ ਬਚਨ ਕੀਤਾ ਕਿ ਸਰੋਵਰ ਦੀ ਸੇਵਾ ਸਾਡੀ ਸੇਵਾ ਸਮਝ ਕੇ ਕਰਨੀ, ਇਸ ਨੂੰ ਸੰਪੂਰਨ ਕਰਨਾ। ਸੰਤ ਸਭ ਸੇਵਕਾਂ ਨੂੰ ਵਾਹਿਗੁਰੂ ਜੀ ਦੇ ਭਾਣੇ ਵਿੱਚ
ਰਹਿਣ ਦੀ ਆਗਿਆ ਕਰਕੇ ਭਾਦਰੋਂ ਸੁਦੀ ਤੀਜ ਸੰਮਤ 1638 ਨੂੰ ਆਪਣੇ ਬੈਕੁੰਠ ਧਾਮ ਨੂੰ ਪਧਾਰ ਗਏ। ਸਮਾਂ ਪਾ ਕੇ ਸਤਿਗੁਰੂ ਅਰਜਨ ਦੇਵ ਜੀ ਨੇ ਭਾਈ ਬੁੱਢਾ ਜੀ ਤੇ ਹੋਰ ਸਿਆਣੇ ਸਿੱਖ ਸੇਵਕਾਂ ਨਾਲ ਸਰੋਵਰ ਵਿੱਚ ਹਰਿਮੰਦਰ ਸਾਹਿਬ ਵਾਸਤੇ ਸਲਾਹ ਕੀਤੀ। ਗੁਰੂ ਜੀ ਨੇ ਭਾਈ ਬੁੱਢਾ ਜੀ, ਭਾਈ ਭਗਤੂ ਜੀ, ਭਾਈ ਗੁਰਦਾਸ ਜੀ, ਸਾਈਂ ਮੀਆਂ ਮੀਰ ਜੀ ਤੇ ਸਾਰੀ ਸੰਗਤ ਨਾਲ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਸਰੋਵਰ ਵਿੱਚ ਚਲੇ ਗਏ। ਕਾਰੀਗਰਾਂ ਨੂੰ ਬੁਲਾ ਕੇ ਗੁਰੂ ਜੀ ਨੇ ਸਾਰੀ ਵਿਉਂਤ ਸਮਝਾਈ ਕਿ ਹਰਿਮੰਦਰ ਸਾਹਿਬ ਇਸ ਤਰ੍ਹਾਂ ਦਾ ਤਿਆਰ ਹੋਵੇ। 4 ਦਿਸ਼ਾ ਵੱਲ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ਹੋਣ। ਸਰੋਵਰ ਦੇ ਜਲ ਤੋਂ ਹਰਿਮੰਦਰ ਸਾਹਿਬ ਜੀ ਦੀ ਕੁਰਸੀ ਉੱਚੀ ਹੋਵੇ। ਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਆਗਿਆ ਕੀਤੀ ਕਿ ਖੜੇ ਹੋ ਕੇ 4 ਗੁਰੂ ਸਾਹਿਬਾਂ ਜੀ ਅੱਗੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾ ਦਿਓ। ਜਦ ਭਾਈ ਜੀ ਨੇ ਅਰਦਾਸ ਕਰ ਲਈ ਤਾਂ ਗੁਰੂ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਇੱਟ ਰੱਖਣ ਵਾਸਤੇ ਕਿਹਾ। ਸਾਈਂ ਮੀਆਂ ਮੀਰ ਜੀ ਨੇ ਆਪਣੇ ਕਰ ਕਮਲਾਂ ਨਾਲ ਇੱਕ ਇੱਟ ਫੜ ਕੇ ਨੀਂਹ ਉੱਤੇ ਰੱਖ ਦਿੱਤੀ। ਕਾਰੀਗਰ ਨੇ ਉਸ ਇੱਟ ਨੂੰ ਚੱਕ ਕੇ ਫੇਰ ਘੇਰ ਕੇ ਰੱਖ ਦਿੱਤੀ। ਗੁਰੂ ਜੀ ਨੇ ਕਿਹਾ, ਅਸਾਂ ਅਰਦਾਸਾ ਸੋਧ ਕੇ ਇੱਟ ਸਾਈਂ ਮੀਆਂ ਮੀਰ ਜੀ ਪਾਸੋਂ ਰਖਾਏ ਸੀ, ਪਰ ਤੂੰ ਇਸ ਨੂੰ ਟਿਕਿਆ ਨਹੀਂ ਰਹਿਣ ਦਿੱਤਾ। ਇਸ ਤੋਂ ਇਹੀ ਪ੍ਰਗਟ ਹੁੰਦਾ ਹੈ ਕਿ ਇਹ ਹਰਿਮੰਦਰ ਸਾਹਿਬ ਇੱਕ ਵਾਰ ਢਹਿ ਜਾਵੇਗਾ ਤੇ ਫਿਰ ਨਵੇਂ ਸਿਰੇ ਬਣੇਗਾ। ਇਹ ਬਚਨ ਕਰਕੇ ਗੁਰੂ ਜੀ ਨੇ ਕੜਾਹ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿੱਤੀ ਅਤੇ ਸਾਰੀ ਸੰਗਤ ਜੈ ਜੈਕਾਰ ਕਰ ਲੱਗ ਜੈ ਜੈਕਾਰ ਕਰਕੇ ਸੇਵਾ ਕਰਨ ਲੱਗ ਪਏ। ਇੱਕ ਦਿਨ ਵਿਸ਼ਨੂੰ ਭਗਵਾਨ ਜੀ ਇਸ ਸ਼ੁਭ ਕਾਰਜ ਵਿੱਚ ਹਿੱਸਾ ਪਾਉਣ ਵਾਸਤੇ ਪੁਰਸ਼ ਦਾ ਰੂਪ ਧਾਰ ਕੇ ਮਜ਼ਦੂਰ ਦੀ ਕਾਰ ਕਰਨ ਆਣ ਲੱਗੇ। ਇੱਕ ਹੱਥ ਟੋਕਰੀ ਤੇ ਦੂਜੀ ਹੱਥ ਕਹੀ ਫੜ ਕੇ ਹਰ ਕੀ ਪੌੜੀ ਵਾਲੀ ਥਾਂ ਤੇ ਮਿੱਟੀ ਪੁੱਟ ਕੇ ਟੋਕਰੀਆਂ ਭਰਨ ਲੱਗੇ। ਵਿਸ਼ਨੂੰ ਭਗਵਾਨ ਜੀ ਨੂੰ ਵੇਖ ਕੇ ਹੋਰ ਸਾਰੇ ਦੇਵਤੇ ਵੀ ਆਪਣੇ ਸਰੂਪ ਪਲਟ ਕੇ ਆ ਗਏ ਅਤੇ ਸਰੋਵਰ ਦੀ ਕਾਰ ਸੇਵਾ ਵਿੱਚ ਸ਼ਾਮਲ ਹੋ ਗਏ। ਜਦ ਕੁਝ ਸਮਾਂ ਇਹਨਾਂ ਨੂੰ ਸੇਵਾ ਕਰਦਿਆਂ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਇਹ ਕੋਈ ਨਵੇਂ ਸਿੱਖ ਹੀ ਜਾਪਦੇ ਹਨ, ਜੋ ਬੜੇ ਉਤਸ਼ਾਹ ਤੇ ਫੁਰਤੀ ਨਾਲ ਟੋਕਰੀਆਂ ਭਰਦੇ ਹਨ ਅਤੇ ਬਾਹਰ ਸੁੱਟਦੇ ਹਨ। ਇਹਨਾਂ ਦੇ ਰੂਪ ਰੰਗ ਵੀ ਕੁਛ ਨਿਰਾਲੇ ਹਨ। ਵਿਸ਼ਨੂੰ ਭਗਵਾਨ ਜੀ ਦੀ ਮਿੱਟੀ ਦੀ ਟੋਕਰੀ ਗਿੱਠ ਭਰ ਸਿਰ ਤੋਂ ਉੱਪਰ ਜਾ ਰਹੀ ਸੀ। ਇਸ ਨਾਲ ਸਤਿਗੁਰੂ ਜੀ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਇਹ ਤਾਂ ਸ੍ਰੀ ਵਿਸ਼ਨੂੰ ਭਗਵਾਨ ਜੀ ਆਪ ਹੀ ਹਨ। ਗੁਰੂ ਅਰਜਨ ਦੇਵ ਜੀ ਨੇ ਇਸ ਕਾਰਜ ਵਿੱਚ ਆਪਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਇਹ ਸ਼ਬਦ ਉਚਾਰਨ ਕੀਤਾ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾ ਬਨਿਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਿਆ ਜਗ ਅੰਤਰ, ਲਾਥੇ ਸਗਲ ਬਸੂਰੇ। ਪੂਰਨ ਪੁਰਖ ਅਚੁੱਤ ਅਬਨਾਸੀ, ਜਸ ਵੇਦ ਪੁਰਾਨੀ ਗਾਇਆ। ਆਪਣਾ ਵਿਰਦ ਰਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਆਪਣਾ ਵਿਰਦ ਰਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਆਪਣੀ ਮਹਿਮਾ ਸੁਣ ਕੇ ਵਿਸ਼ਨੂੰ ਭਗਵਾਨ ਜੀ ਨੇ ਪ੍ਰਸੰਨ ਹੋ ਕੇ ਆਸ਼ੀਰਵਾਦ ਦਿੱਤੀ ਕਿ ਮੇਰਾ ਸਭ ਤੋਂ
श्रेष्ठ मंदिर होवेगा जिथे सदा ही मेरे नाम दा कीर्तन प्रवाह चलता रहेगा। ये वरदान दे के विष्णु भगवान जी अंतर ध्यान हो गए ਅਤੇ ਗੁਰੂ ਜੀ ਥੜੇ ਉੱਤੇ ਵਿਰਾਜਮਾਨ ਹੋ ਕੇ ਸਰੋਵਰ ਦੀ ਸੇਵਾ ਕਰਾਉਣ ਲੱਗ ਪਏ। ਜਦ ਹਰਮੰਦਰ ਸਾਹਿਬ ਜੀ ਦੀ ਸੇਵਾ ਸੰਪੂਰਨ ਹੋ ਗਈ ਤਾਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖ ਕੇ ਸੰਪੂਰਨ ਕਰ ਲਈ ਤਾਂ ਗੁਰੂ ਜੀ ਨੇ ਭਾਦਰੋਂ ਸੁਦ ਏਕਮ ਸੰਮਤ 1661 ਨੂੰ ਭਾਈ ਬੁੱਢਾ ਜੀ ਆਦਿ ਸਿਆਣੇ ਸਿੱਖਾਂ ਦੀ ਸਲਾਹ ਨਾਲ ਗੁਰੂ ਜੀ ਨੇ ਸੱਚਖੰਡ ਹਰਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਭਾਈ ਬੁੱਢਾ ਜੀ ਨੂੰ ਗ੍ਰੰਥੀ ਸਾਹਿਬ ਨਿਯਤ ਕਰ ਦਿੱਤਾ ਅਤੇ ਸਦਾ ਹੀ ਕੀਰਤਨ ਦਾ ਪ੍ਰਵਾਹ ਚੱਲਦਾ। ਸੰਗਤਾਂ ਹੁਮ ਹੁਮਾ ਕੇ ਆਉਂਦੀਆਂ, ਭੇਟਾ ਅਰਪਣ ਕਰਕੇ ਤਨ ਮਨ ਧਨ ਨਾਲ ਸ਼ਰਧਾ ਪ੍ਰੇਮ ਨਿਮਰਤਾ ਸਹਿਤ ਸੇਵਾ ਕਰਦੀਆਂ ਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਜਾਂਦੀਆਂ। ਸਮਾਂ ਪਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਹਮਲੇ ਕੀਤੇ। ਉਸ ਜ਼ਾਲਮ ਪਾਪੀ ਨੇ ਹਿੰਦੂਆਂ ਦੇ ਸ਼੍ਰੋਮਣੀ ਮੰਦਰਾਂ ਦਾ ਸਭ ਧਨ ਲੁੱਟ ਲਿਆ ਅਤੇ ਮੰਦਰਾਂ ਨੂੰ ਢਾਹ ਦਿੱਤਾ। ਹਜ਼ਾਰਾਂ ਲੜਕੀਆਂ ਲੜ ਕੇ ਗੁਲਾਮ ਬਣਾ ਲਏ। ਉਸ ਨੇ ਸੱਚਖੰਡ ਹਰਮੰਦਰ ਸਾਹਿਬ ਜੀ ਨੂੰ ਤੋਪਾਂ ਦੇ ਗੋਲਿਆਂ ਨਾਲ ਢਾਹ ਦਿੱਤਾ ਤੇ ਸਿੱਖ ਸੇਵਕਾਂ ਨੂੰ ਤੋਪਾਂ ਨਾਲ ਸ਼ਹੀਦ ਕਰ ਦਿੱਤਾ। ਵਾਹਿਗੁਰੂ ਜੀ ਦੀ ਐਸੀ ਕਿਰਪਾ ਹੋਈ ਕਿ ਇੱਕ ਇੱਟ ਪਾਪੀ ਜ਼ਾਲਮ ਦੇ ਨੱਕ ਤੇ ਲੱਗੀ ਤੇ ਪਾਪੀ ਘੋੜੇ ਤੋਂ ਥੱਲੇ ਡਿੱਗ ਪਿਆ ਤੇ ਗੰਭੀਰ ਜ਼ਖਮੀ ਹੋ ਕੇ ਆਪਣੇ ਦੇਸ਼ ਜਾ ਕੇ ਬਹੁਤ ਸਮਾਂ ਦੁੱਖ ਭੋਗਦਾ ਹੋਇਆ ਮਰ ਕੇ ਨਰਕ ਕੁੰਡ ਨੂੰ ਚਲਾ ਗਿਆ। ਪਰਮੇਸ਼ਰ ਦੀ ਬਹੁਤ ਕਿਰਪਾ ਹੋਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆ ਗਿਆ। ਸੱਚਖੰਡ ਹਰਮੰਦਰ ਸਾਹਿਬ ਜੀ ਨਵੇਂ ਸਿਰੇ ਸਮੂਹ ਸੰਗਤਾਂ ਨੇ ਮਨ ਤਨ ਧਨ ਸ਼ਰਧਾ ਪ੍ਰੇਮ ਨਾਲ ਸੇਵਾ ਕਰਕੇ ਸੰਪੂਰਨ ਕੀਤਾ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰਮੰਦਰ ਸਾਹਿਬ ਨੂੰ ਸੋਨੇ ਨਾਲ ਸਜਾਇਆ। ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਈਂ ਮੀਆਂ ਮੀਰ ਜੀ ਤੋਂ ਨੀਂਹ ਤੇ ਇੱਟ ਰਖਵਾਈ ਸੀ, ਕਾਰੀਗਰ ਨੇ ਉਸ ਇੱਟ ਨੂੰ ਚੱਕ ਕੇ ਫੇਰ ਘੇਰ ਕਰਕੇ ਰੱਖ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਨੇ ਵਚਨ ਕੀਤਾ ਸੀ ਕਿ ਹਰਮੰਦਰ ਸਾਹਿਬ ਢਾਹ ਕੇ ਨਵੇਂ ਸਿਰੇ ਬਣੇਗਾ। ਸਤਿਗੁਰੂ ਅਰਜਨ ਦੇਵ ਜੀ ਦਾ ਵਚਨ ਪੂਰਾ ਹੋਇਆ। ਕਥਾ ਕਰਦਿਆਂ ਭੁੱਲ ਚੁੱਕ ਮਾਫ ਕਰਨੀ। ਪਹਿਲਾ ਰਘੁਵਰ ਇਤਿਹਾਸ ਦਾ ਪਹਿਲਾ ਵੀਡੀਓ 7 ਮਾਰਚ ਨੂੰ ਨੈਟ ਤੇ ਪਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।